Good morning to all the students. Today we are going to start the thermodynamics subject, which is very interesting and most important subject. In last semester we read the thermodynamic 1. So firstly we discuss about what is thermodynamic. ਆਪਾਂ ਇੱਕ ਵਾਰ ਦੁਬਾਰਾ ਫੇਰ ਦੇਖਾਂਗੇ ਵੀ thermodynamic ਦਾ ਮਤਲਬ ਕੀ ਆ। Thermodynamics is the combination of two words. The word thermo stands for heat and dynamic for strength, the kinetic to motion. ਆਪਾਂ ਦੇਖਾਂਗੇ ਦੋਨੋਂ word different ਕਿਵੇਂ ਨੇ। Thermo is अलग word है, dynamic is different word है। थर्मो का मतलब की है? थर्मल एनर्जी और ਜਾਂ जो कि ਆਪਾਂ ज़्यादातर ਆਪਾਂ ਜਿਹੜਾ वर्ड यूज़ करना हीट एनर्जी। डायनमिक मतलब मोशन। ਆਪਾਂ ਦੇਖਦੇ ਹਾਂ ਕੋਈ ਵੀ ऑब्जेक्ट अपने कोल ਜਾਂ बॉडी पई अपने कोल जिन्ना टाइम ਆਪਾਂ ਉਸ 'ਤੇ एक्सटर्नल फोर्स नहीं अप्लाई करते तो मोशन ਦੇ ਵਿੱਚ नहीं आती, यानी कि मूव नहीं ਹੁੰਦੀ। ठीक है, ਜਦੋਂ एक्सटर्नल फोर्स ਉਸ 'ਤੇ अप्लाई करते हैं, जो मोशन ਦੇ ਵਿੱਚ ਆਉਂਦੀ ਉਸ ਨੂੰ बोलते हैं डायनमिक। और ट्रांसफर एक जगह तो दूजी जगह ते जाना, जिवें मास ट्रांसफर वन प्लेस टू अनदर प्लेस। इस विच की आपां थर्मो दे विच की देखना, थर्मोडायनमिक दे मतलब किसी भी मास ਜਾਂ ਕਿਸੇ ਲਿਕੁਇਡ ਨੂੰ ਆਪਾਂ ਹੀਟ એનર્ਜੀ ਦਿੱਤੀ ਆ। ਹੀਟ એનર્ਜੀ ਦੇਣ ਦੇ ਨਾਲ ਜੋ ਅੱਗੇ ਆਬਜੈਕਟ ਜਾਂ ਲਿਕੁਇਡ ਦੇ ਵਿੱਚ ਚੇਂਜਸ ਆਈਆਂ ਜਾਂ ਮੂਵ ਹੋਇਆ, ਉਹ ਇਸ ਦੀ ਇੱਕ ਐਗਜ਼ਾਮਪਲ ਆ। ਠੀਕ ਆ, ਇਸ ਨੂੰ ਆਪਾਂ ਹੁਣ ਅੱਗੇ ਹੋਰ ਦੇਖਦੇ ਹਾਂ। Therefore, dynamic is the defined as the branch of science which deal with the relation between heat and mechanical energy। ਕੀ ਆ? ਇਹ ਇੱਕ ਬ੍ਰਾਂਚ ਆ ਸਾਇੰਸ ਦੀ। ਠੀਕ ਆ, ਜੋ ਮੋਸ਼ਨ ਦੇ ਵਿੱਚ ਆਉਂਦੀ ਆ ਉਹ ਇੱਕ ਫਿਜ਼ਿਕਸ ਸਾਇੰਸ ਦੀ ਬ੍ਰਾਂਚ ਆ। ਵਿਚ ਡੀਲ ਵਿਦ ਦਾ ਰਿਲੇਸ਼ਨ ਬਿਟਵੀਨ ਹੀਟ ਐਂਡ ਮਕੈਨੀਕਲ ਐਨਰਜੀ। ਦੋਨਾਂ ਵਿੱਚ ਕੀ ਸੰਬੰਧ ਆ ਹੀਟ ਅਤੇ ਮਕੈਨੀਕਲ ਐਨਰਜੀ ਦੇ। ਹੀਟ ਦੇਣ ਦੇ ਨਾਲ ਆਪਾਂ ਮਕੈਨੀਕਲ ਐਨਰਜੀ ਕਿਵੇਂ ਕਨਵਰਟ ਕਰਦੇ ਆ, ਉਹ ਆਪਾਂ ਇੱਕ ਐਗਜ਼ਾਮਪਲ ਦੇ ਨਾਲ ਦੇਖਦੇ ਹਾਂ। ਸਿੰਪਲ ਐਗਜ਼ਾਮਪਲ ਦੇ ਨਾਲ ਦੇਖਦੇ ਹਾਂ। ਆਪਾਂ ਇੱਕ ਬੋਇਲਰ ਲਿਆ। ਬੋਇਲਰ ਵਿੱਚ ਆਪਾਂ ਵਾਟਰ ਪਾ ਲਿਆ। ਜਿੰਨਾ ਟਾਈਮ ਆਪਾਂ ਇਸ 'ਤੇ ਕੋਈ ਵੀ ਐਕਸਟਰਨਲ ਐਨਰਜੀ ਨਹੀਂ ਅਪਲਾਈ ਕਰ ਰਹੇ, ਯਾਨੀ ਕਿ ਆਪਾਂ ਹੀਟ ਨਹੀਂ ਅਪਲਾਈ ਕਰ ਰਹੇ, ਤਾਂ ਵਾਟਰ ਕੀ ਆ ਉਸੇ ਜਗ੍ਹਾ 'ਤੇ ਖੜਾ ਹੈ। ਇਸ ਦਾ ਮਾਸ ਜੋ ਸੇਮ ਆ, ਬਟ ਜਦੋਂ ਆਪਾਂ ਇਸ 'ਤੇ ਹੀਟ ਐਨਰਜੀ ਅਪਲਾਈ ਕਰਦੇ ਹਾਂ ਤਾਂ ਕੀ ਹੁੰਦਾ ਵਾ, ਵਾਟਰ ਦੇ ਮੋਲੀਕਿਊਲਸ ਨੇ ਜੋ ਮੂਵ ਹੋਣੇ ਸਟਾਰਟ ਕਰ ਦਿੰਦੇ ਨੇ। ਵਾਟਰ ਆ ਵਨ ਸਟੇਜ ਟੂ ਅਨਦਰ ਸਟੇਜ ਦੇ ਵਿੱਚ ਬਦਲ ਜਾਂਦਾ ਵਾ। ਠੀਕ ਆ, ਵਾਟਰ ਕੀ ਆ ਸਟੀਮ ਦੇ ਵਿੱਚ ਬਦਲ ਗਿਆ। ਠੀਕ ਆ, ਜੋ ਇਸ ਦਾ ਮਾਸ ਆ ਟਰਾਂਸਫਰ ਹੋਇਆ ਵਾ ਕਾਹਦੇ ਰਾਹੀਂ, ਸਟੀਮ ਦੇ ਰਾਹੀਂ ਬਦਲ ਕੇ ਸਟੀਮ ਪਾਈਪ ਰਾਹੀਂ ਟਰਬਾਈਨ ਦੇ ਨਾਲ ਟਕਰਾਇਆ। ਅੱਗੇ ਜਾ ਕੇ ਜਿਹੜੀ ਆ ਹੀਟ ਐਨਰਜੀ ਕਾਹਦੇ ਵਿੱਚ ਕਨਵਰਟ ਹੋ ਗਈ, ਮਕੈਨੀਕਲ ਐਨਰਜੀ ਦੇ ਵਿੱਚ। ਮਕੈਨੀਕਲ ਐਨਰਜੀ ਅੱਗੇ ਜਿਹੜੀ ਟਰਬਾਈਨ ਆ ਉਹ ਕਾਹਦੇ ਨਾਲ ਕਨੈਕਟ ਆ, ਸ਼ਾਫਟ ਦੇ ਨਾਲ, ਅੱਗੇ ਜਨਰੇਟਰ ਦੇ ਨਾਲ। ਜਨਰੇਟਰ ਦਾ ਕੰਮ ਕੀ ਹੁੰਦਾ ਵਾ, ਇਲੈਕਟ੍ਰੀਸਿਟੀ
ਜਨਰੇਟ ਕਰਨਾ। ਇਹ ਕਾਹਦੇ ਵਿੱਚ ਕਨਵਰਟ ਹੋ ਗਈ? ਇਲੈਕਟ੍ਰੀਕਲ એનર્ਜੀ ਦੇ ਵਿੱਚ। ਠੀਕ ਆ, ਇੱਕ એનર્ਜੀ ਤੋਂ ਦੂਜੀ એનર્ਜੀ ਦੇ ਵਿੱਚ ਕਨਵਰਟ ਹੋ ਗਈ। ਇਸੇ ਤਰ੍ਹਾਂ ਆਪਾਂ ਦੇਖਾਂਗੇ ਅੱਗੇ ਇੰਜਨ ਦੇ ਵਿੱਚ ਆਪਾਂ ਹੀਟ ਰਾਹੀਂ ਅੱਗੇ ਮਕੈਨੀਕਲ એનਰਜੀ ਕਿਵੇਂ ਪ੍ਰੋਡਿਊਸ ਕਰਦੇ ਹਾਂ, ਕਿੱਦਾਂ ਆਪਾਂ ਮਕੈਨੀਕਲ એનਰਜੀ ਬਣਾਉਂਦੇ ਹਾਂ। ਅੱਗੇ ਕੀ ਵਰਕ ਹੋਣਗੇ ਆਪਾਂ ਡਿਟੇਲ ਦੇ ਵਿੱਚ ਪੜ੍ਹਾਂਗੇ। ਸਭ ਤੋਂ ਪਹਿਲਾਂ ਆ ਜਾਂਦਾ ਆਪਣੇ ਕੋਲ ਵਟ ਇਜ਼ ਆਈਸੀ ਇੰਜਨ। ਇੰਟਰੋਡਕਸ਼ਨ ਆਫ ਆਈਸੀ ਇੰਜਨ ਦੇਖਾਂਗੇ। ਆਈਸੀ ਇੰਜਨ ਦਾ ਮਤਲਬ ਕੀ ਆ? ਇੰਟਰਨਲ ਕੰਬਸ਼ਨ ਇੰਜਨ। ਜੋ ਵੀ ਆਪਣੇ ਡੇਲੀ ਲਾਈਫ ਦੇ ਵਿੱਚ ਆਪਾਂ ਵਹੀਕਲ ਯੂਜ਼ ਕਰਦੇ ਹਾਂ ਸਾਰੇ ਹੀ ਆਈਸੀ ਇੰਜਨ ਹੁੰਦੇ ਨੇ। ਉਹਦੇ ਵਿੱਚ ਕੀ ਆ? ਸਾਰੇ ਇੰਟਰਨਲ ਕੰਬਸ਼ਨ ਇੰਜਨ ਹੁੰਦੇ ਨੇ। ਜੋ ਇੱਕ ਸਿਲੰਡਰ ਦੇ ਅੰਦਰ ਇੰਟਰਨਲ ਕੰਬਸ਼ਨ ਹੁੰਦੀ ਆ ਉਸ ਨੂੰ ਆਪਾਂ ਬੋਲਦੇ ਹਾਂ ਆਈਸੀ ਇੰਜਨ। ਆਪਾਂ ਦੇਖਾਂਗੇ ਇੱਕ ਵਾਰ ਇਸ ਦੀ ਡੈਫੀਨੇਸ਼ਨ। ਇਨ ਇੰਜਨ ਦਾ ਫਿਊਲ ਇਜ਼ ਮਿਕਸਡ ਵਿਦ ਏਅਰ ਲਾਈਕ ਆਕਸੀਜਨ। ਸਿਲੰਡਰ ਦੇ ਅੰਦਰ ਫਿਊਲ ਅਤੇ ਏਅਰ ਮਿਕਸ ਹੋ ਕੇ ਦੋਨੇ ਇਨਲੈਟ ਬਾਲ ਰਾਹੀਂ ਅੰਦਰ ਜਾਂਦੇ ਨੇ ਸਿਲੰਡਰ ਦੇ। ਦੇਖਾਂਗੇ ਅੱਗੇ। ਐਂਡ ਦਾ ਇੰਡਕਟਡ ਇਨਟੂ ਦਾ ਸਿਲੰਡਰ ਡਿਊਰਿੰਗ ਦਾ ਇਨਟੇਕ ਪ੍ਰੋਸੈਸ। ਠੀਕ ਆ, ਐਂਟਰ ਹੁੰਦੇ ਆ। ਠੀਕ ਆ, ਕਾਹਦੇ ਰਾਹੀਂ? ਇਨਲੈਟ ਵਾਲਵ ਦੇ ਨਾਲ ਸਿਲੰਡਰ ਦੇ ਅੰਦਰ ਹੋ ਗਏ। ਠੀਕ ਆ, ਦੋਨੇ ਚਲੇ ਗਏ। ਆਫਟਰ ਦਾ ਪਿਸਟਨ ਕੰਪਰੈਸ ਕੀ ਕਰਦਾ ਵਾ? ਆਫਟਰ ਕੀ ਹੈ ਜਿਹੜਾ ਪਿਸਟਨ ਆ ਸਲਾਈਡਿੰਗ ਮੋਸ਼ਨ ਦੇ ਵਿੱਚ ਵਰਕ ਕਰਦਾ ਵਾ। ਠੀਕ ਆ, ਰੈਸੀਪਰੋਕੇਟਿੰਗ ਦੇ ਵਿੱਚ ਕੰਮ ਕਰਦਾ ਵਾ। ਕੀ ਕੰਪਰੈਸ ਕੀਤਾ? ਫਿਊਲ ਏਅਰ ਮਿਕਸਚਰ। ਜਿਹੜਾ ਫਿਊਲ ਅਤੇ ਏਅਰ ਮਿਕਸ ਸਿਲੰਡਰ ਦੇ ਅੰਦਰ ਗਿਆ ਸੀਗਾ ਉਹ ਕੀ ਹੋਇਆ ਬਾਅਦ ਵਿੱਚ ਉਸ ਨੂੰ ਕੰਪਰੈਸ ਕਰ ਲਿਆ। ਦਾ ਸਪਾਰਕ ਪਲੱਗ ਇਗਨੈਂਟ ਇਟ ਕੀ ਕਰਦਾ? ਜਦੋਂ ਆਪਣੇ ਅੰਦਰ ਇੱਕ ਆਪਣੇ ਕੋਲ એનર્ਜੀ ਆ ਗਈ ਆ ਫਿਊਲ ਅਤੇ ਏਅਰ ਮਿਕਸ ਹੋ ਕੇ, ਤਾਂ ਕੀ ਆ ਸਪਾਰਕ ਜਦੋਂ ਕੰਪਰੈਸ ਹੋਈ ਆ ਤਾਂ ਸਪਾਰਕ ਪਲੱਗ ਨੇ ਕੀ ਕੀਤਾ ਵਾ? ਇਗਨਾਈਟ ਕੀਤਾ ਵਾ। ਠੀਕ ਆ, ਸਪਾਰਕ ਕੀਤਾ ਵਾ। ਕਾਜ਼ਿੰਗ ਕੰਬਸ਼ਨ ਦਾ ਐਕਸਪੈਂਸ਼ਨ। of combustion gas pushes the piston during the power stroke। ਜਦੋਂ ਕੰਬਸ਼ਨ ਹੋਈ ਆ, ਠੀਕ ਆ, ਕੰਬਸ਼ਨ ਹੋਣ ਦੇ ਨਾਲ ਕੀ ਆ ਉੱਥੇ ਇੱਕ ਆਪਣੇ ਕੋਲ એનર્ਜੀ ਜਨਰੇਟ ਹੋ ਗਈ ਆ। ਠੀਕ ਆ, ਉੱਥੇ ਫਲੇਮ ਇੱਕ ਜਨਰੇਟ ਹੋ ਗਈ। ਉਸ ਨਾਲ ਕੀ ਆ ਪਿਸਟਨ ਨੂੰ ਉਹਨੇ ਪੁਸ਼ ਕੀਤਾ ਥੱਲੇ ਵਾਲੀ ਸਾਈਡ ਨੂੰ, ਜੋ ਕੀ ਆ ਉਸ ਨੂੰ ਆਪਾਂ ਪਾਵਰ ਸਟ੍ਰੋਕ ਕਹਿੰਦੇ ਹਾਂ। ਪਾਵਰ ਸਟ੍ਰੋਕ ਪਿਸਟਨ ਥੱਲੇ ਵਾਲੀ ਸਾਈਡ ਆਉਣ ਦੇ ਨਾਲ ਕਰੈਂਕਸ਼ਾਫਟ ਦਾ ਇੱਕ ਸਰਕਲ ਆ ਜੋ ਕੰਪਲੀਟ ਹੋ ਜਾਂਦਾ ਵਾ। ਉਸ ਦੇ ਨਾਲ ਕੀ ਆ ਇੰਜਨ ਵਰਕਿੰਗ ਦੇ ਵਿੱਚ ਆ ਜਾਂਦਾ, ਮਕੈਨੀਕਲ એનર્ਜੀ ਦੇ ਵਿੱਚ ਅੱਗੇ ਕਨਵਰਟ ਹੋ ਜਾਂਦੀ ਆ એનર્ਜੀ। ਉਹ ਆਪਾਂ ਇੱਕ ਡਾਇਗਰਾਮ ਦੇ ਵਿੱਚ ਦੇਖਾਂਗੇ। ਆਪਾਂ ਡਾਇਗਰਾਮ ਬਣਾਵਾਂਗੇ। ਸਿਲੰਡਰ ਪਹਿਲਾਂ ਬਣਾਵਾਂਗੇ। पिस्टन आ गया, कनेक्टिंग रॉड आ गई, क्रैंक शाफ्ट आ गई। इसनूं बोलांगे सिलेंडर जो कि है बॉडी आ जिहड़ा अंदर वाली साइड ते विच मूव हुंदा वा उसनूं बोलते हैं आपां पिस्टन एंड इनलेट बॉल एंड आउटलेट बॉल। सेंटर दे विच स्पार्क प्लग, क्रैंक शाफ्ट आ गई, कनेक्टिंग
ਰੋਡ ਆ ਗਈ। ਇੱਕ ਇਸ ਤਰ੍ਹਾਂ ਨਾਲ ਇੱਕ ਡਾਇਗਰਾਮ ਹੋਰ ਬਣਾਵਾਂਗੇ ਜਿਸ ਦੇ ਵਿੱਚ ਪਿਸਟਨ ਕੀ ਆ ਉੱਪਰ ਵਾਲੀ ਸਾਈਡ 'ਤੇ ਹੋਵੇਗਾ, ਤੁਹਾਨੂੰ ਸਮਝਣ ਦੇ ਵਿੱਚ ਆਸਾਨੀ ਹੋ ਜਾਏਗੀ। ਸੇਮ ਬਣ ਗਿਆ ਸਿਲੰਡਰ ਆਪਣੇ ਕੋਲ, ਇਸ ਵਿੱਚ ਕੀ ਆ ਪਿਸਟਨ ਉੱਪਰ ਵਾਲੀ ਸਾਈਡ 'ਤੇ ਗਿਆ ਹੋਇਆ। ਕ੍ਰੈਂਕ ਸ਼ਾਫਟ ਬਣ ਗਈ। पिस्टन आ गया, आउटलेट आ गया, स्पार्क प्लग लग्या होया वा, इनलैट आ गया। की हुंदा फस्टली कंबशन इंजन आपां समझांगे किवें हुंदी है, इंटरनल कंबशन इंजन किद्दां वा। इनलैट बॉल राहीं गैस एंड फ्यूल फस्टली स्टैप दे विच सैक्शन स्टोक कहने जिसनूं इनलैट होया वा, जो कि फस्ट स्टैप हुंदा वा फ्यूल ते एयर मिक्स हो के अंदर जांदे सिलेंडर, उसनूं बोलदे आं आपां सैक्शन स्टोक। जदों एयर ते फ्यूल मिक्स हो के सिलेंडर दे अंदर जांदे आ, ठीक आ। एक क्रैंक शाफ्ट अपने ये एक अपना साइकिल कंप्लीट करती आ। जे 2 स्टोक ने तो 2 स्टोक दे विच, जे 4 स्टोक आ तो 4 स्टोक दे विच। आपां हुण 2 स्टोक बारे समझांगे थोड़ा जिहा। जो एक साइकिल कंप्लीट करे आपां, चाहे 4 स्टोक दे विच एक साइकिल कंप्लीट कर दे तो उसनूं 4 स्टोक बोलते हैं, तो 2 स्टोक दे विच ये साइकिल कंप्लीट करती है तो इसनूं आपां बोलते हैं 2 स्टोक हो गया। गैसिस अंदर आईयां ने, सक कीतियां ने, दैन की होया वा कंप्रैस किया कि इन्हां नूं जो गैस ते फ्यूल अपने कोल एक एनर्जी आ गई आ। दैन सैकंड दे विच देखांगे कंप्रैस हो गई। जो कंप्रैस की है तो एनर्जी तो उसका ऑटोमैटिकली हवा तो फ्यूल का जो प्रैशर आ वो इनक्रीज़ होऊगा। प्रैशर इनक्रीज़ होने दे नाल की आ टैंपरेचर भी इनक्रीज़ होऊगा वा, ठीक है। फ्यूल नूं बर्न होने लई आपां नूं एक स्पार्क की लोड़ आ, तो स्पार्क प्लग ने की आ इत्थे इग्नाइट करना वा, ठीक है। स्पार्क किया वा, स्पार्क होने दे नाल की इत्थे ब्लास्ट हो गया। ब्लास्ट होने दे नाल की इत्थे एक पावर स्टोक बन गया। जदों कंप्रैस किया होया वा आपां एयर ते फ्यूल नूं तां दोने वॉल्व बंद होणगे, ठीक है। तां इत्थे की आ पावर स्टोक बन गया। जो इत्थे समथिंग कंबशन हुई है उसनूं बोलते हैं आपां कंबशन। जो आपां पावर स्टोक जनरेट हुई है काहदे नाल, फ्यूल ते एयर मिक्स कंप्रैस कीती ते बाद विच स्पार्क प्लग ने स्पार्क करन दे नाल उस दे विच जो कि समथिंग बर्न होया वा, जो एनर्जी अपनी हीट एनर्जी दे विच कन्वर्ट हो गई आ, तो उसनूं बोलते हैं आपां कंबशन। दैन की आ पिस्टन ने थल्ले वाली साइड नूं आना वा, थल्ले वाली साइड आउण दे नाल आउटलैट बॉल ओपन हो जाना, जो एक्सट्रा गैसिज ने वो बाहर निकल जाणियां ने। थल्ले वाली साइड नूं आउण दे नाल इसका साइकिल एक कंप्लीट हो जाना। दैन ने की आ मकैनीकल एनर्जी दे विच कन्वर्ट हो जानी है अपनी एनर्जी, दैट इज़ आईसी इंजन। समझ लग गई। आईसी इंजन इस तरह वर्क करते हैं, जो कि अपने इंटरनल कंबशन हुंदी आ। कंबशन कित्थे हुई आ, इत्थे पावर स्टोक जाके जो समथिंग जो ब्लास्ट होया इत्थे, तो उसनूं बोलते हैं आपां कंबशन। कंबशन